हेलो व्यूअर्स, मेरी आज की वीडियो है ऑन फॉर्मेट ऑफ फॉर्मल ਲੈਟਰਸ। ਤਾਂ ਇਹ ਜੋ ਟੌਪਿਕ ਹੈ ਮੈਂ ਉਠਾਇਆ ਹੈ ਪ੍ਰੀਵੀਅਸ ਈਅਰ ਐਗਜ਼ਾਮ ਜੋ ਪ੍ਰਾਈਵੇਟ ਤੇ ਡਿਸਟੈਂਸ ਐਜੂਕੇਸ਼ਨ ਸਟੂਡੈਂਟਸ ਨੂੰ ਲੈਟਰ ਆਈ ਹੋਈ ਹੈ ਉਸ ਵਿੱਚੋਂ ਲੈਟਰ ਦਾ ਕੰਟੈਂਟ ਬੜੇ ਧਿਆਨ ਨਾਲ ਸੁਣਨਾ ਹੈ ਬੱਚੇ। ਯੂ ਆਰ ਵਿਕਾਸ, ਅ ਰੈਜ਼ੀਡੈਂਟ ਆਫ ਮਯੂਰ ਵਿਹਾਰ, ਨਿਊ ਦਿੱਲੀ, write a letter to the editor of Hindustan Times to highlight the absence of a playground in your locality। ਤਾਂ ਬੇਟਾ ਦੇਖੋ ਹੁਣ ਇਹਦੇ ਵਿੱਚ ਦਿੱਤਾ ਹੋਇਆ ਹੈ ਤੁਹਾਡਾ ਕੀ ਨਾਮ ਹੈ, ਯੂ ਆਰ ਵਿਕਾਸ। ਫਿਰ ਦਿੱਤਾ ਹੋਇਆ ਹੈ ਵਾਟ ਇਜ਼ ਯੂਰ ਐਡਰੈਸ, ਮਯੂਰ ਵਿਹਾਰ, ਵਿਚ ਸਿਟੀ, ਨਿਊ ਦਿੱਲੀ। ਠੀਕ ਹੈ ਜੀ। ਤਾਂ ਬੇਟਾ ਜਦੋਂ ਐਗਜ਼ਾਮ ਦੇ ਵਿੱਚ ਇਹ ਮੈਂਸ਼ਨ ਹੋਵੇ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਐਡਰੈਸ ਕੀ ਹੈ, ਤਾਂ ਇਹ ਗੱਲ ਹਮੇਸ਼ਾ ਧਿਆਨ ਰੱਖਣੀ ਹੈ ਤੁਸੀਂ ਉਹੀ ਮੈਂਸ਼ਨ ਕਰਨਾ ਹੈ ਜੋ ਉਹਦੇ ਵਿੱਚ ਲਿਖਿਆ, ਜੋ ਉਸ ਵਿੱਚ ਲਿਖਿਆ ਹੁੰਦਾ ਹੈ। ਤਾਂ ਰਾਈਟ ਅ ਲੈਟਰ ਟੂ ਦ ਐਡੀਟਰ ਆਫ ਹਿੰਦੁਸਤਾਨ ਟਾਈਮਸ ਟੂ ਹਾਈਲਾਈਟ ਦ ਐਬਸੈਂਸ ਆਫ ਅ ਪਲੇਗਰਾਊਂਡ ਇਨ ਯੂਰ ਲੋਕੈਲਿਟੀ। ਸੋ ਵਾਟ ਇਜ਼ ਦ ਟੋਪਿਕ ਕਿ ਤੁਸੀਂ ਹਿੰਦੁਸਤਾਨ ਟਾਈਮਸ ਦੇ ਐਡੀਟਰ ਨੂੰ ਲਿਖਣਾ ਹੈ ਕਿ ਪਲੇਗਰਾਊਂਡ ਨਹੀਂ ਹੈ, ਐਬਸੈਂਸ ਮਤਲਬ ਨਹੀਂ ਹੈ ਤੁਹਾਡੀ ਲੋਕੈਲਿਟੀ ਦੇ ਵਿੱਚ। ਤਾਂ ਦੇਖੋ ਫਸਟ ਆਫ ਆਲ ਵਿਲ ਸਟਾਰਟ ਵਿਦ, ਧਿਆਨ ਨਾਲ ਦੇਖਣਾ ਬੱਚੇ। ਫਸਟ ਆਫ ਆਲ ਲੈਟਰ ਦਾ ਜੋ ਫਾਰਮੈਟ ਹੈ ਟੋਟਲੀ ਲੈਫਟ ਸਾਈਡ 'ਤੇ ਕਰਨਾ ਹੈ। ਸੈਂਡਰਸ ਐਡਰੈਸ, ਪਹਿਲਾਂ ਅਸੀਂ ਜੋ ਪੱਤਰ ਭੇਜ ਰਿਹਾ ਹੈ ਉਹਦਾ ਪਤਾ ਲਿਖਦੇ ਹੁੰਦੇ ਹਾਂ। ਤਾਂ ਪਤਾ ਕੀ ਦੱਸਿਆ ਆਪਾਂ ਨੂੰ, ਦਿੱਤਾ ਹੀ ਹੋਇਆ, ਆਲਰੇਡੀ ਦਿੱਤਾ ਹੋਇਆ ਪੇਪਰ ਸੈਟਰ ਵੱਲੋਂ, ਮਯੂਰ ਵਿਹਾਰ ਕੋਮਾ, ਜਗ੍ਹਾ ਦਾ ਨਾਮ ਵੀ ਦਿੱਤਾ ਹੈ, ਨਿਊ ਦਿੱਲੀ। ਫਿਰ ਇੱਕ ਲਾਈਨ ਲੀਵ ਕਰਕੇ ਡੇਟ ਦਾ ਫਾਰਮੈਟ ਧਿਆਨ ਨਾਲ ਪਾਉਣਾ ਹੈ, DATE ਵਰਡ ਨਹੀਂ ਪਾਉਣਾ ਹੁੰਦਾ। ਤਾਂ ਡੇਟ ਨਵੰਬਰ, ਜੋ ਵੀ ਤੁਹਾਡਾ ਮੰਥ ਹੋਏਗਾ, ਡੇਟ ਕੋਮਾ ਈਅਰ। ਠੀਕ ਹੈ ਜੀ, ਪਿੱਛੇ ਡਾਟ। ਦੈਨ ਟੂ ਦ ਐਡੀਟਰ, ਟੂ ਪਾਉਣਾ ਹੈ ਤਾਂ ਪਾ ਦਿਓ, ਅਦਰਵਾਈਜ਼ ਟੂ ਦੀ ਜ਼ਰੂਰਤ ਨਹੀਂ ਹੈ। ਜੋ ਰੀਸੈਂਟ ਜੋ ਫਾਰਮੈਟ ਹੈ ਉਹਦੇ ਵਿੱਚ ਟੂ ਦੀ ਜ਼ਰੂਰਤ ਨਹੀਂ ਹੈ। ਦ ਐਡੀਟਰ, ਐਡੀਟਰ ਦੀ E ਕੈਪੀਟਲ, ਦ ਦੀ T ਕੈਪੀਟਲ, ਜੋ ਮੈਂ ਮਿਸਟੇਕਸ ਬੋਲ ਰਹੀ ਹਾਂ ਬੱਚੇ ਅਕਸਰ ਕਰਦੇ ਹੈ। ਹਿੰਦੁਸਤਾਨ ਟਾਈਮਸ, ਹਿੰਦੁਸਤਾਨ ਦੀ H ਕੈਪੀਟਲ, ਟਾਈਮਸ ਦੀ T ਕੈਪੀਟਲ, ਨਿਊ ਦਿੱਲੀ। ਠੀਕ ਹੈ ਜੀ, ਜਗ੍ਹਾ ਦਾ ਨਾਮ ਹੈ ਤਾਂ ਫਸਟ ਲੈਟਰ ਕੈਪੀਟਲ ਆਏਗਾ। ਦੈਨ ਸਬਜੈਕਟ, ਸੋ ਵਾਟ ਇਜ਼ ਅ ਸਬਜੈਕਟ, ਉਹ ਤੁਸੀਂ ਬੇਟਾ ਮੇਨ ਟਾਈਟਲ ਦੇ ਵਿੱਚੋਂ ਹੀ ਉਠਾਉਣਾ ਹੈ, ਐਬਸੈਂਸ ਆਫ ਪਲੇਗਰਾਊਂਡ ਇਨ ਮਯੂਰ ਵਿਹਾਰ। ਦੈਨ ਲੀਵ ਵਨ ਲਾਈਨ, ਰਿਸਪੈਕਟਡ ਸਰ, ਫਿਰ ਲੀਵ ਵਨ ਲਾਈਨ। ਫਿਰ ਜਦੋਂ ਤੁਸੀਂ ਕਿਸੇ ਵੀ ਐਡੀਟਰ ਨੂੰ ਲੈਟਰ ਲਿਖ ਰਹੇ ਹੋ ਤਾਂ ਤੁਸੀਂ, ਐਡੀਟਰ ਮੀਨਸ ਇਟਸ ਅ ਨੇਮ ਆਫ ਜੋ ਕਿ ਨਿਊਜ਼ਪੇਪਰ ਨਾਲ ਡੀਲ ਕਰ ਰਿਹਾ ਹੈ, ਮੀਨਸ ਤੁਸੀਂ ਆਪਣੇ ਵਿਊਜ਼ ਨਿਊਜ਼ਪੇਪਰ ਦੇ ਵਿੱਚ ਪਬਲਿਸ਼ ਕਰਨਾ ਚਾਹ ਰਹੇ ਹੋ। ਤਾਂ ਤੁਸੀਂ ਫਸਟ ਲਾਈਨ ਕੀ ਲਿਖੋਗੇ, ਥਰੂ ਦ columns of your reputed newspaper, comma, I wish to draw the attention of authorities। ਫਿਰ ਉਸ ਤੋਂ ਬਾਅਦ ਜੋ ਵੀ ਟੌਪਿਕ ਹੈ, ਠੀਕ ਹੈ, ਜੋ ਵੀ ਤੁਸੀਂ ਲੈਟਰ ਟੂ ਐਡੀਟਰ ਲਿਖਣੀ ਹੈ ਤਾਂ ਸਟਾਰਟ ਇਹਨਾਂ ਦੋ ਲਾਈਨਸ ਨਾਲ, ਇਹਨਾਂ ਲਾਈਨਸ ਨਾਲ ਕਰ ਸਕਦੇ ਹੋ। ਇੱਥੇ ਕੀ ਪ੍ਰੋਬਲਮ ਹੈ, ਟੂਵਰਡਸ ਦ ਐਬਸੈਂਸ ਆਫ ਪਲੇਗਰਾਊਂਡ ਇਨ ਆਵਰ ਲੋਕੈਲਿਟੀ। ਕਲੀਅਰ। ਸੋ ਦਿਸ ਇਜ਼ ਦ ਮੇਨ ਥਿੰਗ ਜੋ ਤੁਸੀਂ ਦੱਸਣੀ ਹੈ ਕਿ ਮੈਂ ਇਹ ਲੈਟਰ ਲਿਖ ਕਿਉਂ ਰਿਹਾ। ਫਿਰ ਸੈਕਿੰਡ ਸਟੈਂਜ਼ਾ ਦੇ ਵਿੱਚ ਤੁਸੀਂ ਆਪਣੀ ਮੇਨ ਗੱਲ ਕਰਨੀ ਹੈ। ਐਜ਼ ਵੀ ਨੋ ਗੇਮਸ ਆਰ ਇੰਪੋਰਟੈਂਟ ਫॉर ਚਿਲਡਰਨਸ ਗਰੋਥ, games can teach them all types of values, but children of our locality are unable to play outdoor games because there is no playground in this locality। ਤਾਂ ਦੱਸਣਾ ਚਾਹੁੰਦਾ ਹੈ ਕਿ ਇਸ ਏਰੀਆ ਦੇ ਵਿੱਚ ਕੋਈ ਵੀ ਪਲੇਗਰਾਊਂਡ ਨਹੀਂ ਹੈ। ਤਾਂ ਪਲੇਗਰਾਊਂਡ ਨਾ ਹੋਣ ਕਰਕੇ ਬੱਚੇ ਕੀ ਮਿਸ ਕਰਦੇ ਅਤੇ ਕੀ ਇੰਪੋਰਟੈਂਸ ਹੈ ਪਲੇਗਰਾਊਂਡ ਦੀ। ਇਫ ਦੇਅਰ ਵਿਲ ਬੀ ਅ ਪਲੇਗਰਾਊਂਡ, ਮਤਲਬ ਜੇ ਪਲੇਗਰਾਊਂਡ ਬਣ ਜੇ ਤਾਂ ਕੀ ਹੋਏਗਾ, youngers as well as elders can spend their leisure time लिख लो, free time लिख लो, बिल्कुल सही है, by playing games which will help them in their physical, mental and social growth। मतलब ਤੁਸੀਂ ਲਿਖ ਦੇਣਾ ਹੈ ਕਿ ਜੇ ਪਲੇਗਰਾਊਂਡ ਹੋਏਗਾ ਤਾਂ ਜੋ ਸਾਰੇ ਬੱਚੇ ਹੈ, ਵੱਡੇ ਹੈ, ਆਊਟਡੋਰ ਗੇਮਸ ਖੇਲ ਸਕਦੇ ਹੈ ਜੋ ਕਿ ਉਹਨਾਂ ਦੀ ਸੋਸ਼ਲ ਡਿਵੈਲਪਮੈਂਟ ਦੇ ਵਿੱਚ ਉਹਨਾਂ ਦੇ ਅੰਦਰ ਵੈਲਿਊਜ਼ ਫਿਲ ਕਰਨਗੀਆਂ, ਉਹਨਾਂ ਨੂੰ ਹੈਲਪ ਕਰੇਗਾ ਡਿਵੈਲਪਮੈਂਟ ਦੇ ਲਈ। ਮੀਨਸ ਇੱਕ ਸਟੈਂਜ਼ਾ ਤੁਸੀਂ ਪਲੇਗਰਾਊਂਡ ਦੀ ਇੰਪੋਰਟੈਂਸ ਦੇਣਾ ਕਿ ਪਲੇਗਰਾਊਂਡ ਕਿਉਂ ਹੋਣਾ ਚਾਹੀਦਾ, ਸੋ ਦੈਟ ਯੂ ਕੈਨ convince the authority, convince the government। Then
लास्ट कंक्लूडिंग स्टैंजा, ऑल द रेजिडेंट्स ऑफ द लोकेलिटी स्ट्रॉन्गली फील लिख लो, रिकमेंड लिख लो, दोनों वर्ड सही है। दैट द अथॉरिटीज़ शुड टेक स्टेप्स टू अरेंज आ प्ले ग्राउंड इन दिस लोकेलिटी, अरेंज आ प्ले ग्राउंड लिख लो, कंस्ट्रक्ट आ प्ले ग्राउंड लिख लो, ये भी सही है। देन लीव वन लाइन, थैंकिंग दी टी कैपिटल, यू दी वाई स्मॉल, देन एक लाइन छड़ के फिर लीव वन लाइन, योर्स ट्रूली, योर्स दी वाई कैपिटल, अपोस्ट्रोफी नहीं पानी, ट्रूली दी टी कैपिटल, ट्रूली दे विच ई नहीं पानी बेटा, TRULY, योर्स ट्रूली लिख लो, योर्स सिंसियरली लिख लो, योर्स फेथफुली लिख लो, तीनों ही सही है बेटा। दैन लास्ट से देखो सानू स्टार्टिंग के नाम दिता हुआ सी यू आर विकास, तो जो नाम थानू दिता है मैंशन दैट नेम ओनली विकास, क्लियर। सो look at the format clearly. I'm repeating, sender's address, then date, then receiver's address, then subject, then salutation, then your content, then your concluding lines, then yours truly last से, then your name। ठीक है जी। तो बेटा बहुत बच्चे मिसटेक्स करके आते हैं जो लैटर राइटिंग दे विच, तो बहुत ध्यान नाल इहनूं देख लो कित्थे कोमा पैना है, कित्थे फुल स्टॉप पैना है। तुसी पंक्चुएशन मार्क टोटली इग्नोर कर सकते हो, पर जो पंक्चुएशन मार्क यूज़ करोगे तो सारी जगह ही यूज़ करनी है। किस तरीके नाल तुसी लाइन लीव करनी है, स्टैंजा वाइज किवें डिवेलप करना है। तो जे तुसी लाइन स्टैंजा दे विच लीव नहीं करना चाहते छड़ सकते हो, बट ये ब्यूटीफुली डिवेलप हो जाती है स्टोरी लैटर सॉरी, जे तुसी इहनूं ध्यान नाल लिखदे हो तो होप दिस विल हैल्प यू। थैंक यू, ऑल द बेस्ट। लैटर्स टू एडिटर लिखण लई स्टार्टिंग तुसी इस तरीके किसी भी लैटर दी जो लैटर टू एडिटर लिख रहे हो तो कर सकते हो। थैंक यू, ऑल द बेस्ट फॉर योर एग्जाम्स।